ਸਤਿ ਸ਼੍ਰੀ ਅਕਾਲ। ਲੋਕਰਾਣ ਚੈਨਲ ਪੰਜਾਬੀ ਦਾ ਖਾਸ ਪ੍ਰੋਗਰਾਮ ਦੇਖ ਰਹੇ ਸਿੱਧੇ ਸਵਾਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਵੈਲਕਮ। ਧੰਨਵਾਦ ਜੀ। ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ, ਬੜੀ ਮਿਹਰਬਾਨੀ ਤੁਹਾਡੀ ਜੀ। ਧਾਲੀਵਾਲ ਸਾਹਿਬ, ਕਿਸਾਨੀ ਅੰਦੋਲਨ ਤਾਂ ਖਤਮ ਹੋ ਗਿਆ, ਪਰ ਜੋ ਇਹਦੇ ਪ੍ਰਭਾਵ ਰਹੇ ਨੇ ਸਿਆਸਤ ਦੇ ਉੱਤੇ, ਇੱਕ ਤਾਂ ਬੀਜੇਪੀ ਨੂੰ ਵੱਡੇ ਪੱਧਰ ਉੱਤੇ ਨੁਕਸਾਨ ਹੋਇਆ ਪੋਲੀਟੀਕਲ ਤੌਰ ਤੇ, ਉਹ ਸਭ ਆਪਣੇ ਸਾਹਮਣੇ ਹੈ। ਪਰ ਕਈ ਗੱਲਾਂ ਵਿੱਚੋਂ ਹੁਣ ਵੀ ਨਿਕਲ ਕੇ ਆ ਰਹੀਆਂ, ਜਿਵੇਂ ਮੇਘਾਲਿਆ ਦੇ ਗਵਰਨਰ ਸਤਿਆਪਾਲ ਮਲਿਕ ਉਹ ਬੋਲੇ ਨੇ, ਉਹਨਾਂ ਨੇ ਇਸ਼ਾਰਿਆਂ ਦੇ ਵਿੱਚ ਇਹ ਗੱਲ ਸਮਝਾਤੀ ਕਿ ਪ੍ਰਾਈਮ ਮਿਨਿਸਟਰ ਤੇ ਅਮਿਤ ਸ਼ਾਹ ਦੇ ਵਿਚਾਲੇ ਇਸ ਗੱਲ ਨੂੰ ਲੈ ਕੇ ਸ਼ਬਦਾਂ ਦੀ ਝੜਪ ਸੀ। ਉਹਨਾਂ ਨੇ ਮੈਨੂੰ ਮਨਾਉਣ ਲਈ ਭੇਜਿਆ। ਮੈਂ ਵੀ ਗੱਲਾਂ ਬਾਤਾਂ ਕੀਤੀਆਂ ਕਿ ਐਡਾ ਪ੍ਰਭਾਵ ਕਿਸਾਨੀ ਅੰਦੋਲਨ ਦਾ, ਦੋ ਵੱਡੇ ਦਿੱਗਜ ਨੇਤਾ ਜੋ ਗੁਜਰਾਤ ਦੇ ਸਮੇਂ ਤੋਂ ਜਾਂ ਪਰ ਗੁਜਰਾਤ ਤੋਂ ਪਹਿਲਾਂ ਜੋ ਉਹਨਾਂ ਦਾ ਸਿਆਸੀ ਕੈਰੀਅਰ ਸੀ, ਜਿੱਥੋਂ ਸ਼ੁਰੂਆਤ ਹੋਈ ਸੀ, ਉਦੋਂ ਉਹ ਇਕੱਠੇ ਚੱਲ ਰਹੇ ਸੀ। ਕਿਵੇਂ ਤੁਸੀਂ ਇਸ ਸਿਨੈਰੀਓ ਨੂੰ ਸਮਝਾਓਗੇ ਦਰਸ਼ਕਾਂ ਨੂੰ? ਦੇਖੋ ਭੰਗੂ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਕਿ ਜੋ ਕੁਛ ਮਲਿਕ ਸਾਹਿਬ ਨੇ ਕਿਹਾ, ਜੋ ਕੁਛ ਮੀਡੀਆ 'ਚ ਆਇਆ, ਆਪਾਂ ਸਿਰਫ ਉਸ ਤੋਂ ਹੀ ਅੰਦਾਜ਼ੇ ਲਗਾ ਸਕਦੇ ਹਾਂ, ਕਿਉਂਕਿ ਜ਼ਰੂਰ ਇਹ ਚੀਜ਼ਾਂ ਅੰਦਾਜ਼ੇ ਲਾਉਣ ਲਈ ਹੁੰਦੀਆਂ ਨੇ, ਇਹ ਸੰਕੇਤ ਨੇ। ਪਰੰਤੂ ਇਹਦੇ ਵਿੱਚ ਜੇ ਕੋਈ ਅੰਦਾਜ਼ੇ ਲਗਾਉਣੇ ਨੇ, ਮੈਨੂੰ ਇਹ ਲੱਗਦਾ ਹੈ ਵੀ ਇਸ ਦੇ ਇੱਕ ਤੋਂ ਵੱਧ ਪੱਖ ਹੋਣਗੇ। ਉਹ ਪੱਖਾਂ ਨੂੰ ਆਪਾਂ ਸਰੋਤਿਆਂ ਦੇ ਸਾਹਮਣੇ ਕਰ ਦਿੰਦੇ ਹਾਂ ਤੇ ਆਪਾਂ ਅੰਦਾਜ਼ੇ ਆਪਦੇ ਦੱਸ ਦਿੰਦੇ ਹਾਂ, ਸਰੋਤੇ ਆਪਣੀ ਜੱਜਮੈਂਟ ਕਰ ਲੈਣਗੇ। ਦੂਜਾ ਇਹ ਹੁੰਦਾ ਹੈ ਕਿ ਮੀਡੀਆ ਦੇ ਵਿੱਚ ਜਿਹੜੀ ਗੱਲ ਲਿਆਉਣ ਦਾ ਮਤਲਬ ਇਹੀ ਹੁੰਦਾ ਹੈ ਕਿ ਗੱਲ ਤੇ ਬਹਿਸ ਹੋਵੇ, ਆਪਾਂ ਉਹਦੇ ਐਂਗਲ ਉਜਾਗਰ ਕਰ ਦਈਏ, ਉਹਦੇ ਪੱਖ ਉਜਾਗਰ ਕਰ ਦਈਏ, ਤਾਂ ਕਿ ਸਰੋਤੇ ਆਪੇ ਸਮਝ ਲੈਣ ਵੀ ਇਹ ਕੀ ਹੈ। ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤੇ ਕਿਸਾਨੀ ਅੰਦੋਲਨ ਤੱਕ ਦੀ ਬੀਜੇਪੀ ਦੀ ਪੋਲੀਟਿਕਸ ਦੀ ਗੱਲ ਕਰੀਏ, ਬੀਜੇਪੀ ਦੀ ਪੋਲੀਟਿਕਸ ਦਾ ਇੱਕ ਫੰਡਾ ਬੜਾ ਕਲੀਅਰ ਹੈ ਕਿ ਉਹ ਕਿਸੇ ਵੀ ਅੰਦੋਲਨ ਵਿੱਚੋਂ ਜਾਂ ਅੰਦੋਲਨ ਤੋਂ ਬਿਨਾਂ ਆਪਣੇ ਮੁੱਦੇ ਨੂੰ ਉਭਾਰਦੇ ਨੇ, ਕੋਸ਼ਿਸ਼ ਕਰਦੇ ਨੇ ਕਿ ਉਹ ਮੁੱਦਾ ਸੰਪਰਦਾਇਕ ਜਿਹੜੇ ਐਕਸਪੀਰੀਅੰਸ ਨੇ, ਤਜਰਬੇ ਨੇ, ਉਹਨਾਂ ਦੇ ਨੇੜੇ ਤੇੜੇ ਘੁੰਮੇ ਤੇ ਕਮਿਊਨਿਟੀਜ਼ ਦੇ ਵਿੱਚ ਟਕਰਾਅ ਹੋਵੇ। ਉਹ ਟਕਰਾਅ ਦੇ ਵਿੱਚੋਂ ਜਿਹੜੀ ਲਾਰਜ ਕਮਿਊਨਿਟੀ ਹੈ ਉਹਦਾ ਝੁਕਾਅ ਉਹਨਾਂ ਵੱਲ ਹੋਵੇ। ਕਈ ਵਾਰੀ ਉਹ ਜਿਹੜੇ ਮੁੱਦੇ ਨੇ ਉਹਨਾਂ ਦਾ ਬੀਜੇਪੀ ਨੂੰ ਬਹੁਤ ਫਾਇਦਾ ਮਿਲਿਆ। ਜਿਵੇਂ ਆਪਾਂ ਕਹੀਏ ਕਿ ਜਦੋਂ ਸ਼ਾਹੀਨ ਬਾਗ ਦੀ ਘਟਨਾ ਹੋਈ ਜਾਂ ਉਸ ਤੋਂ ਪਹਿਲਾਂ ਪਾਰਲੀਮੈਂਟ ਦੀ ਇਲੈਕਸ਼ਨ, ਯੂਪੀ ਦੀ ਇਲੈਕਸ਼ਨ ਵੇਲੇ ਮੁਜ਼ੱਫਰਪੁਰ ਤੇ ਸ਼ਾਮਲੀ ਦੇ ਦੰਗਿਆਂ ਨੇ ਸਾਰੇ ਯੂਪੀ 'ਚ ਇਹ ਪ੍ਰਭਾਵ ਪੈਦਾ ਕੀਤਾ। ਉਹ ਦੰਗੇ ਹੁਣ ਸਾਰਾ ਕੁਝ ਸਾਹਮਣੇ ਹੈ, ਇੱਕ ਪਾਰਟੀ ਵੱਲੋਂ ਜਾਣਬੁੱਝ ਕੇ ਕਰਾਏ ਗਏ, ਜਾਣਬੁੱਝ ਕੇ ਕਰਾ ਕੇ ਪੂਰੇ ਦੇਸ਼ ਵਿੱਚ ਇਹ ਪ੍ਰਭਾਵ ਛੱਡਿਆ ਗਿਆ ਕਿ ਇੱਕ ਮਾਈਨੋਰਿਟੀ ਕਮਿਊਨਿਟੀ ਵੱਲੋਂ ਮੈਜੋਰਿਟੀ ਕਮਿਊਨਿਟੀ ਦੇ ਲੋਕਾਂ ਤੇ ਇੰਨਾ ਦਬਾਅ ਹੈ ਕਿ ਉਹਨਾਂ ਨੂੰ ਆਪਣੇ ਪਿੰਡ ਛੱਡ ਕੇ ਉੱਜੜ ਕੇ ਜਾਣਾ ਪੈ ਰਿਹਾ ਹੈ, ਜਿਹਦੇ ਕਰਕੇ ਮੈਜੋਰਿਟੀ ਕਮਿਊਨਿਟੀ ਦੂਸਰੇ ਪੋਲ ਤੇ ਇਕੱਠੀ ਹੋਈ ਤੇ ਉਸ ਦਾ ਫਾਇਦਾ ਕਿਸੇ ਇੱਕ ਵਿਸ਼ੇਸ਼ ਪਾਰਟੀ ਨੂੰ ਹੋਇਆ, ਪ੍ਰਤੱਖ ਦਿਖਾਈ ਦਿੱਤਾ। ਹੁਣ ਕੀ ਹੋਇਆ ਕਿ ਉਸ ਤੋਂ ਬਾਅਦ ਸ਼ਹੀਨ ਬਾਗ ਦਾ ਮੁੱਦਾ ਹੋਇਆ। ਸ਼ਹੀਨ ਬਾਗ ਦੇ ਮੁੱਦੇ ਦੇ ਨਾਲ ਜਦੋਂ ਤੁਸੀਂ JNU ਦਾ ਮੁੱਦਾ ਦੇਖਿਆ, ਇਹ ਮੁੱਦਿਆਂ ਦੇ ਵਿੱਚ ਫੇਰ ਕੁੱਲ ਮਿਲਾ ਕੇ ਗੱਲ ਉੱਥੇ ਲਿਆਂਦੀ ਗਈ। ਇੱਕ ਧੜੇ ਨੂੰ ਜਿਹਨੂੰ ਨੀਚਾ ਦਿਖਾਉਣਾ ਸੀ, ਉਸ ਤੇ ਗੁੰਡੇ ਟੁੱਟ ਕੇ ਪੈ ਗਏ। ਉਹ ਗੁੰਡਿਆਂ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਧਰ ਕੇ ਕੁੱਟਿਆ, ਉਹਨਾਂ ਤੇ ਕੋਈ ਕੇਸ ਨਹੀਂ ਹੋਇਆ, ਉਲਟਾ ਦੂਜੇ ਪਾਸੇ ਕੇਸ ਹੋਇਆ ਤੇ ਪੂਰੀ ਦੁਨੀਆ ਦੇ ਵਿੱਚ, ਪੂਰੇ ਹਿੰਦੁਸਤਾਨ ਦੇ ਵਿੱਚ ਤਰ੍ਹਾਂ ਦੇ ਨਾਂ ਦੇ ਕੇ ਉਹਨਾਂ ਨੂੰ ਇਹ ਸ਼ੋਅ ਕੀਤਾ ਗਿਆ ਕਿ ਇਹ ਬੰਦੇ ਦੇਸ਼ ਵਿਰੋਧੀ ਨੇ। ਉਹਨਾਂ ਨੂੰ ਨਾਂ ਦਿੱਤਾ ਗਿਆ ਕਿ ਇਹ ਟੁਕੜੇ ਗੈਂਗ ਹੈ, ਉਹਨਾਂ ਨੂੰ ਨਾਂ ਦਿੱਤਾ ਗਿਆ ਕਿ ਅੱਤਵਾਦੀ ਨੇ, ਇਹ ਵੱਖਵਾਦੀ ਨੇ। ਇਸ ਤਰ੍ਹਾਂ ਹੀ ਮੈਨੂੰ ਲੱਗਦਾ ਫਿਰ ਉਹਨਾਂ ਨੇ 370 ਦਾ ਜਿਹੜਾ ਮੁੱਦਾ ਸੀ, ਧਾਰਾ 370 ਦਾ, ਉਹ ਮੇਰੀ ਆਪਣੀ ਸਮਝ ਇਹ ਕਹਿੰਦੀ ਹੈ, ਮੇਰਾ ਵਿਸ਼ਲੇਸ਼ਣ ਇਹ ਕਹਿੰਦਾ ਹੈ ਕਿ 370 ਧਾਰਾ ਜਿਸ ਕਿਸਮ ਨਾਲ ਬੀਜੇਪੀ ਨੇ ਹਟਾਈ ਸੀ, ਜਿਸ ਕਿਸਮ ਨਾਲ ਉਹਦਾ ਫਾਇਦਾ ਬੀਜੇਪੀ ਨੂੰ ਮਿਲਣਾ ਸੀ, ਉਹ ਬਿਲਕੁਲ ਨਹੀਂ ਮਿਲਿਆ, ਹਾਲੇ ਵੀ ਨਹੀਂ ਮਿਲਿਆ। ਕਿਉਂਕਿ ਬੀਜੇਪੀ ਨੂੰ ਇਹ ਲੱਗਦਾ ਸੀ ਕਿ ਜਿਉਂ ਹੀ ਅਸੀਂ 370 ਧਾਰਾ ਹਟਾਵਾਂਗੇ ਤਾਂ JNK ਤੇ ਪੂਰੇ ਹਿੰਦੁਸਤਾਨ ਦੀ ਇੱਕ ਕਮਿਊਨਿਟੀ
ਮੁਸਲਿਮ ਕਮਿਊਨਿਟੀ ਵੱਡੀ ਐਜੀਟੇਸ਼ਨ ਲੜੂਗੀ ਤੇ ਉਸ ਵੱਡੀ ਐਜੀਟੇਸ਼ਨ ਦੇ ਵਿੱਚੋਂ ਦੂਸਰੀ ਕਮਿਊਨਿਟੀ ਆਟੋਮੈਟਿਕਲੀ ਇੱਕ ਪੋਲ ਤੇ ਇਕੱਠੀ ਹੋ ਜੂਗੀ ਤੇ ਸਾਨੂੰ ਇਹਦਾ ਬਹੁਤ ਵੱਡਾ ਫਾਇਦਾ ਮਿਲੂਗਾ। ਉਹ ਬੀਜੇਪੀ ਦੀ ਮੇਰੇ ਮੁਤਾਬਕ ਸਾਰੀ ਸਟ੍ਰੈਟਜੀ ਫੇਲ ਹੋ ਗਈ। ਉਹਦੇ ਕਾਰਨ ਕੋਈ ਵੀ ਰਹੇ ਹੋਣ, J&K ਜੰਮੂ ਕਸ਼ਮੀਰ ਦੀ ਜਿਹੜੀ ਆਮ ਜਨਤਾ ਸੀ ਉਹ ਇਸ ਮੁੱਦੇ ਤੇ ਵੱਟ ਗਈ। ਜੰਮੂ ਵਾਲੇ ਜਿਹੜੇ ਹਿੰਦੂ ਕਮਿਊਨਿਟੀ ਨੂੰ ਬਿਲੋਂਗ ਕਰਦੇ ਸੀ ਉਹਨੇ ਇਸ ਚੀਜ਼ ਦਾ ਸਵਾਗਤ ਕੀਤਾ, ਦੂਜਿਆਂ ਨੇ ਮਾੜਾ ਮੋਟਾ ਵਿਰੋਧ ਕੀਤਾ, ਪਤਾ ਨਹੀਂ ਉਹ ਸੰਗਠਿਤ ਨਹੀਂ ਹੈ ਜਾਂ ਉੱਥੇ ਦੋ ਧਿਰਾਂ ਨੇ, ਇੱਕ ਇਲੈਕਸ਼ਨਾਂ 'ਚ ਭਾਗ ਲੈਣ ਵਾਲੀ ਹੈ, ਇੱਕ ਭਾਗ ਲੈਣ ਵਾਲੀ ਨਹੀਂ, ਐਦਾਂ ਕਰਕੇ ਉਹ ਧਿਰ ਵੰਡੀ ਗਈ, ਜਿਹਦੇ ਕਰਕੇ ਕੋਈ ਵੱਡਾ ਅੰਦੋਲਨ ਸਾਹਮਣੇ ਨਹੀਂ ਆਇਆ ਤੇ ਜੋ ਬੀਜੇਪੀ ਨੇ ਸੋਚਿਆ ਸਮਝਿਆ ਸੀ ਉਹ ਧਰਿਆ ਧਰਾਇਆ ਰਹਿ ਗਿਆ। ਤੇ ਮਲਿਕ ਜੀ ਉਸ ਦੇ ਸੂਤਰਧਾਰ ਸੀ, ਉਹ ਜਿਹੜੀ ਸਾਰੀ 370 ਧਾਰਾ ਸੀ ਉਹ ਉਹਦੇ ਸੂਤਰਧਾਰ ਸੀ। ਸੋ ਇਸ ਕਰਕੇ ਇਹ ਬਖਰੇਵਾ ਮੈਂ ਇਹਨੂੰ ਏਦਾਂ ਸਮਝਦਾ ਕਿ ਇਹ ਤਾਜ਼ਾ ਨਹੀਂ ਹੈਗਾ, ਇਹ ਬਖਰੇਵਾ ਉਦੋਂ ਦਾ ਹੈ। ਮਲਿਕ ਜੀ ਨੇ ਉਦੋਂ ਵੀ ਸ਼ਾਇਦ ਕੋਈ ਸਲਾਹ ਦਿੱਤੀ ਹੋਵੇ ਵੀ ਇਹ ਜਿੱਦਾਂ ਤੁਸੀਂ ਸੋਚਦੇ ਹੋ ਸਾਰਾ ਕੁਝ ਉੱਦਾਂ ਨਹੀਂ ਹੋਣਾ, ਪਰੰਤੂ ਪ੍ਰਧਾਨ ਮੰਤਰੀ ਵੀ ਕਿਸੇ ਦੀ ਮੰਨਣ ਵਾਲੇ ਹੈ ਨਹੀਂ, ਉਹਨਾਂ ਦੇ ਸਲਾਹਕਾਰ ਕੋਈ ਵੀ ਹੋਣ ਉਹ ਉਹੀ ਗੱਲ ਮੰਨਦੇ ਨੇ ਕਿ ਜਿਹੜੀ ਮੇਰੇ ਮਨ 'ਚ ਆ ਗਈ ਮੈਂ ਉਹੀ ਕਰਨੀ ਹੈ। ਉਸ ਤੋਂ ਬਾਅਦ ਕੀ ਹੋਇਆ ਕਿ ਉਸ ਤੋਂ ਬਾਅਦ ਜਿਵੇਂ ਕਿਵੇਂ ਕਿਸਾਨਾਂ ਨਾਲ ਪੰਗਾ ਲੈ ਹੋ ਗਿਆ। ਕਿਸਾਨਾਂ ਨਾਲ ਪੰਗਾ ਲੈਣ ਤੋਂ ਬਾਅਦ ਮੋਦੀ ਜੀ ਨੂੰ ਇਹ ਲੱਗ ਰਿਹਾ ਸੀ ਕਿ ਪੰਜਾਬ ਦੀਆਂ ਇਲੈਕਸ਼ਨਾਂ ਨੇ, ਪੰਜਾਬ ਦੀਆਂ ਇਲੈਕਸ਼ਨਾਂ 'ਚ ਜਾਂ ਬੀਜੇਪੀ ਨੂੰ ਇਹ ਲੱਗ ਰਿਹਾ ਸੀ ਕਹਿ ਲਓ ਕਿ ਪੰਜਾਬ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਅਸੀਂ ਕਿਸਾਨਾਂ ਦਾ ਅੰਦੋਲਨ ਬਿਲਕੁਲ ਜ਼ੀਰੋ ਕਰ ਦਾਂਗੇ ਤੇ ਜ਼ੀਰੋ ਕਰਨ ਤੋਂ ਬਾਅਦ ਜਿਹੜੇ ਥੋੜੇ ਬਹੁਤੇ ਰਹਿ ਜਾਣਗੇ ਉਹ ਇਹਨਾਂ ਨੇ ਜਿਵੇਂ ਕੀਤਾ ਕਿ ਅਮਰਿੰਦਰ ਸਿੰਘ ਨੂੰ ਥਾਪੜਾ ਦੇ ਕੇ, ਹੁਣ ਤਾਂ ਸਮਝ ਆ ਰਹੀ ਹੈ ਕਿ ਪਲਾਨ ਪਹਿਲਾਂ ਸੀ ਕਿ ਅਮਰਿੰਦਰ ਸਿੰਘ ਨੂੰ ਥਾਪੜਾ ਦੇ ਕੇ ਵੱਡੀ ਗਿਣਤੀ 'ਚ ਕਾਂਗਰਸ ਦੇ ਮੈਂਬਰ ਅਸੈਂਬਲੀ ਦੇ ਬੀਜੇਪੀ 'ਚ ਜਾਣਗੇ ਤੇ ਬੀਜੇਪੀ ਇਕੱਠੀ ਚੋਣ ਲੜੇਗੀ, ਕਿਉਂਕਿ ਇਹ ਸੰਕੇਤ ਬਹੁਤ ਪਹਿਲਾਂ ਆ ਗਏ ਸੀ। ਤੁਸੀਂ ਯਾਦ ਕਰੋ ਕਿ ਜਦੋਂ ਅਜੇ ਇਹ ਕਿਸਾਨ ਅੰਦੋਲਨ ਨਹੀਂ ਸੀ ਸ਼ੁਰੂ ਹੋਇਆ, ਬੀਜੇਪੀ ਦੇ ਲੀਡਰਾਂ ਨੇ ਉਸ ਸਮੇਂ ਇਸ ਤਰ੍ਹਾਂ ਦੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਸੀ ਕਿ ਇਸ ਵਾਰ ਅਸੀਂ 50-50 ਸੀਟਾਂ ਤੇ ਚੋਣ ਲੜਾਂਗੇ ਅਸੀਂ ਤੇ ਅਕਾਲੀ ਦਲ। ਉਹਦਾ ਅਰਥ ਸਿੱਧਾ ਇਹ ਸੀ ਕਿ ਅਕਾਲੀ ਦਲ ਨਾਲ ਸਾਡਾ ਬਖਰੇਵਾ ਤਿੱਖਾ ਹੋ ਜਾਵੇ ਤੇ ਤਿੱਖਾ ਹੋਣ ਤੋਂ ਬਾਅਦ ਅਸੀਂ ਅਕਾਲੀ ਦਲ ਨੂੰ ਛੱਡ ਦਈਏ, ਇਸ ਤਰ੍ਹਾਂ ਦੇ ਹਾਲਾਤ ਕ੍ਰੀਏਟ ਕਰ ਦਈਏ ਕਿ ਅਕਾਲੀ ਦਲ ਸਾਨੂੰ ਕੱਢ ਦੇ ਜਾਂ ਅਸੀਂ ਨਿਕਲ ਜਾਈਏ, ਅਸੀਂ ਅੱਡ ਹੋ ਜਾਈਏ। ਪਰੰਤੂ ਉਹਦੀ ਬਜਾਏ ਕਿਸਾਨਾਂ ਵਾਲਾ ਅੰਦੋਲਨ ਇੰਨੀ ਤਾਕਤ ਫੜ ਗਿਆ ਜਿਹਦਾ ਨਾ ਸਾਨੂੰ ਅਨੁਮਾਨ ਸੀ ਨਾ ਤੁਹਾਨੂੰ ਅਨੁਮਾਨ ਸੀ। ਕਈ ਵਾਰ ਤਾਂ ਇਹ ਵੀ ਕਹਿਣਾ ਪੈਂਦਾ, ਚਾਹੇ ਇਹ ਗੱਲ ਕਹਿਣੀ ਔਖੀ ਹੈ, ਇਹ ਵੀ ਕਹਿਣਾ ਪੈਂਦਾ ਕਈ ਵਾਰ ਤਾਂ ਵੀ ਸ਼ਾਇਦ ਇੰਨਾ ਅਨੁਮਾਨ ਕਿਸਾਨ ਲੀਡਰਾਂ ਨੂੰ ਵੀ ਨਹੀਂ ਸੀ, ਆਗੂਆਂ ਨੂੰ ਵੀ ਨਹੀਂ ਸੀ ਸ਼ਾਇਦ, ਪਰੰਤੂ ਉਹਨਾਂ ਨੇ ਕੰਮ ਕੀਤਾ, ਹੋ ਸਕਦਾ ਉਹਨਾਂ ਨੂੰ ਅਨੁਮਾਨ ਹੋਵੇ। ਐਵੇਂ ਕਿਸੇ ਤੇ ਦੋਸ਼ ਲਾਉਣਾ ਚੰਗੀ ਗੱਲ ਨਹੀਂ ਹੁੰਦੀ। ਸੋ ਇਸ ਕਰਕੇ ਉਹ ਹਾਲਾਤ ਦੇ ਵਿੱਚ ਇਹਦੀ ਸਮਝ ਇਹ ਆਉਂਦੀ ਹੈ ਕਿ ਜੇਕਰ ਬੀਜੇਪੀ ਕਿਸਾਨਾਂ ਨਾਲ ਮਸਲੇ ਦਾ ਹੱਲ ਕਰਨਾ ਚਾਹੁੰਦੀ ਹੁੰਦੀ ਤਾਂ 26 ਜਨਵਰੀ 21 ਤੋਂ ਦਸੰਬਰ ਤੱਕ ਕਿਤੇ ਕੋਈ ਮੀਟਿੰਗ, ਕੋਈ ਸੁਰਬੁਰ, ਕੋਈ ਗੱਲਬਾਤ, ਕੋਈ ਕਿਤੇ ਡਾਇਲੌਗ ਕੁਛ ਤਾਂ ਹੁੰਦਾ ਨਾ। ਇਸ ਗੱਲ ਤੇ ਕਿਤੇ ਬੀਜੇਪੀ ਆਈ ਨਹੀਂ ਤੇ ਬੀਜੇਪੀ ਨੇ ਅਖੀਰ ਵਿੱਚ ਆਪਣਾ ਇੱਕ ਕਮਾਲ ਦਾ ਜਿਹੜਾ ਬ੍ਰਹਮਅਸਤਰ ਸੀ ਉਹ ਚਲਾਇਆ ਕਿ ਇੱਕਦਮ ਅਨਾਉਂਸ ਕਰਤਾ ਕਿ ਜੀ ਦੇਖੋ ਹੁਣ ਅਸੀਂ ਇਸ ਤਰ੍ਹਾਂ ਕਰਕੇ ਆ ਜਿਹੜਾ ਸਾਰਾ ਅੰਦੋਲਨ ਹੈ ਇਹਦਾ ਫੈਸਲਾ ਅਸੀਂ ਕਰਤਾ, ਤਿੰਨੋਂ ਕਾਨੂੰਨ ਵਾਪਸ। ਤੇ ਜਿਹੜੀ ਅਸੀਂ ਵੀ, ਮੈਂ ਵੀ ਇਸ ਗੱਲ 'ਚ ਕਿਹਾ, ਤੁਹਾਡੇ ਚੈਨਲ ਤੇ ਵੀ ਕਿਹਾ, ਹੋਰ ਚੈਨਲਾਂ ਤੇ ਵੀ ਕਿਹਾ ਕਿ ਜੋ ਇਮੇਜ ਸੀ ਮੋਦੀ ਸਾਹਿਬ ਦਾ ਕਿ ਜੀ ਉਹ ਕਦੇ ਵੀ ਕਹੀ ਗੱਲ ਤੋਂ ਮੁੜਦੇ ਨਹੀਂ, ਇਹਦੇ ਨਾਲ ਉਹਦਾ ਇਹ ਇਮੇਜ ਟੁੱਟਿਆ। ਇੱਥੋਂ ਤੱਕ ਅੰਦੋਲਨ ਦੀ ਗੱਲ ਹੈ। ਹੁਣ ਆਪਾਂ ਮੇਨ ਮੁੱਦੇ ਤੇ ਆਈਏ, ਸਤਪਾਲ ਮਲਿਕ ਜੀ ਵਾਲੇ। ਸਤਪਾਲ ਮਲਿਕ ਜੀ ਜਿਉਂ ਹੀ J&K ਤੋਂ ਬਾਅਦ ਮੇਘਾਲਿਆ ਦੇ ਗਵਰਨਰ ਬਣੇ ਨੇ ਜਾਂ ਉਸ ਤੋਂ ਪਹਿਲਾਂ ਗੋਆ ਦੇ ਰਹੇ ਨੇ, ਉਹ ਕਿਸਾਨਾਂ ਦੇ ਇਸ਼ੂ ਤੇ ਪਹਿਲਾਂ ਤੋਂ ਹੀ ਇੱਕ ਵੱਖਰੀ ਸੁਰ ਬੋਲਦੇ ਆ ਰਹੇ ਨੇ। ਇਹਦੇ ਮੈਂ ਦੋ ਕਾਰਨ ਸਮਝਦਾ। ਇੱਕ ਤਾਂ ਜਿਹੜਾ ਮੈਂ ਪਿਛੋਕੜ ਦੇ ਵਿੱਚ ਤੁਹਾਨੂੰ ਦੱਸਦਾ ਵੀ ਹੋ ਸਕਦਾ ਧਾਰਾ 370 ਵੇਲੇ ਤੋਂ ਇਹ ਲੀਡਰਾਂ ਦੇ ਆਪਸ ਵਿੱਚ ਕੋਈ ਮਤਭੇਦ ਹੋਣ, ਇੱਕ। ਦੂਜਾ, ਜੇ ਇਹ ਨਹੀਂ, ਇਹ ਇੱਕ ਉਹਨਾਂ ਦਾ ਇਮੇਜ ਹੈ ਕਿ ਉਹ ਇੱਕ ਇਮਾਨਦਾਰ ਲੀਡਰ ਨੇ, ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈਗੀ ਕਿ ਉਹਨਾਂ ਦਾ ਇਮੇਜ ਨਹੀਂ
ਕਿੰਨੇ ਇਮਾਨਦਾਰ ਨੇ ਕਿੰਨੇ ਨਹੀਂ, ਇਸ ਤੇ ਆਪਾਂ ਬਹਿਸ ਨਹੀਂ ਕਰ ਰਹੇ, ਨਾ ਇਹ ਬਹਿਸ ਦਾ ਮੁੱਦਾ ਹੈ। ਪਰ ਲੋਕੀ ਉਹਨਾਂ ਨੂੰ ਇਮਾਨਦਾਰ ਸਮਝਦੇ ਨੇ, ਜੋ ਉਹਨਾਂ ਦਾ ਕਰੈਕਟਰ ਹੈ, ਜਿਵੇਂ ਉਹ ਵਿਚਰਦੇ ਨੇ, ਉਹਦੇ ਨਾਲ ਉਹਨਾਂ ਦੇ ਇਸ਼ਾਰੇ ਬਹੁਤ ਕਲੀਅਰ ਨੇ ਕਿ ਉਹ ਇੱਕ ਇਮਾਨਦਾਰ ਨੇਤਾ ਨੇ ਜੀ। ਤੇ ਇਸ ਦੇ ਵਿੱਚ ਜਿਹੜੀ ਪਹਿਲੀ ਉਹਨਾਂ ਨੇ ਇੱਕ ਗੱਲ ਕਹੀ ਕਿ ਜੀ ਜਦੋਂ ਮੇਰੇ ਕੋਲੇ ਕੋਈ ਕਰਪਸ਼ਨ ਵਾਲਾ ਬੰਦਾ ਇੰਨੇ ਕਰੋੜ ਦੀ ਆਫਰ ਲੈ ਕੇ ਆਇਆ, ਮੈਂ ਸਿੱਧੀ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਤੇ ਪ੍ਰਧਾਨ ਮੰਤਰੀ ਨੇ ਇਮੀਡੀਏਟ ਕਿਹਾ ਕਿ ਮੈਂ ਵਿੱਚ ਨਹੀਂ ਆਊਂਗਾ, ਤੂੰ ਆਪਦੇ ਮੁਤਾਬਕ ਠੀਕ ਕਰ। ਇਹਦੇ ਨਾਲ ਪ੍ਰਧਾਨ ਮੰਤਰੀ ਦਾ ਇਮੇਜ ਵੱਡਾ ਹੋਇਆ ਕਿ ਬਾਕੀ ਉਹ ਇਮਾਨਦਾਰੀ ਕੰਮਾਂ ਨੂੰ, ਇਮਾਨਦਾਰੀ ਦੇ ਨਾਲ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਪ੍ਰੋਤਸਾਹਨ ਕਰਦੇ ਨੇ। ਦੂਜਾ, ਹੌਲੀ ਹੌਲੀ ਫੇਰ ਉਹਨਾਂ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਮਿਲਿਆ, ਮੈਂ ਉਹਨਾਂ ਨੂੰ ਕਹਿਣਾ ਕਿ ਇਹ ਸਿੱਖ ਹਾਰਨੇ ਵਾਲੇ ਨਹੀਂ। ਉਹਨਾਂ ਨੇ ਕਦੇ ਇਹ ਨਹੀਂ ਕਿਹਾ ਕਿ ਕਿਸਾਨ ਹਾਰਨੇ ਵਾਲੇ ਨਹੀਂ, ਉਹਨਾਂ ਨੇ ਕਿਹਾ ਪੰਜਾਬੀ ਤੇ ਸਿੱਖ ਹਾਰਨੇ ਵਾਲੇ ਨਹੀਂ। ਮੈਂ ਇਹਨੂੰ ਦੂਜੀ ਤਰ੍ਹਾਂ ਵੀ ਲੈਣਾ ਕਿ ਇਹ ਵੀ ਇੱਕ ਸਟਾਈਲ ਸੀ ਉਸ ਸਮੇਂ ਕਿ ਐਦਾਂ ਦਾ ਇੱਕ ਨਰੇਟਿਵ ਖੜਾ ਕਰੋ ਕਿ ਸਿੱਖ ਹਾਰਨ ਵਾਲੇ ਨਹੀਂ, ਤਾਂ ਕਿ ਉਹਨਾਂ ਨੂੰ ਪਤਾ ਸੀ ਕਿ ਆਉਣ ਵਾਲੀ ਪਲਾਨ ਹੈ ਜਿਹੜੀ ਉਹ ਹਿੰਦੂ ਕਮਿਊਨਿਟੀ ਹੈ ਜਿਹੜੀ ਉਹ ਦੂਸਰੇ ਪੋਲ ਤੇ ਇਕੱਠੀ ਹੋਵੇ, ਤੇ ਜੋ ਉਹਨਾਂ ਦੀ ਸਟ੍ਰੈਟਜੀ ਸੀ। ਪਰੰਤੂ ਹੁਣ ਉਹਨਾਂ ਨੇ ਉਸ ਤੋਂ ਵੀ ਅੱਗੇ ਵੱਧ ਕੇ ਜਿਹੜੀ ਬੜੀ ਕਮਾਲ ਦੀ ਗੱਲ ਕਹੀ ਹੈ ਜੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਜਦੋਂ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ, ਪ੍ਰਧਾਨ ਮੰਤਰੀ ਬਹੁਤ ਐਰੋਗੈਂਟ ਸੀ। ਐਰੋਗੈਂਟ ਕਹਿੰਦੇ ਨੇ ਕਿ ਬਹੁਤ ਹੰਕਾਰ 'ਚ ਸੀ। ਹੁਣ ਜੇ ਪ੍ਰਧਾਨ ਮੰਤਰੀ ਉਸ ਸਮੇਂ ਹੰਕਾਰ 'ਚ ਸੀ, ਉਹ ਕਹਿੰਦੇ ਜਦੋਂ ਮੈਂ ਕਿਹਾ ਕਿ ਲਗਭਗ 500 ਤੋਂ ਵੱਧ ਮੌਤਾਂ ਹੋ ਚੁੱਕੀਆਂ ਜਾਂ 500 ਮੌਤਾਂ ਹੋ ਚੁੱਕੀਆਂ, ਤਾਂ ਪ੍ਰਧਾਨ ਮੰਤਰੀ ਨੇ ਜਵਾਬ ਦਿੱਤਾ ਕਿ ਮੌਤਾਂ ਮੇਰੇ ਕਰਕੇ ਹੋਈਆਂ ਨੇ, ਇਹਦਾ ਮੇਰੇ ਨਾਲ ਕੀ ਮਤਲਬ। ਹੁਣ ਇਸ ਦਾ ਅਰਥ ਕੀ ਹੈ? ਤੁਸੀਂ ਰੋਜ਼ ਸੋਸ਼ਲ ਮੀਡੀਆ ਤੇ ਰਹਿੰਦੇ ਹੋ, ਕਈ ਤਰ੍ਹਾਂ ਦੇ ਮੀਡੀਆ ਤੇ ਰਹਿੰਦੇ ਹੋ। ਸੋਸ਼ਲ ਮੀਡੀਆ ਤੇ ਮੈਨੂੰ ਇੱਥੇ ਇੱਕ ਗੱਲ ਬੋਲਣ ਦਿਓ ਪ੍ਰਧਾਨ ਮੰਤਰੀ ਜੀ ਦੇ ਖਿਲਾਫ, ਤੇ ਫਿਰ ਦੇਖਿਓ ਮਤਲਬ ਕਿੱਦਾਂ ਗਾਲੀ ਗਲੋਚ ਹੁੰਦਾ ਹੈ, ਮੇਰੀ ਐਸੀ ਤੈਸੀ ਕਿੱਦਾਂ ਫਿਰਦੀ ਹੈ। ਤੇ ਜਦੋਂ ਸੱਤਿਆਪਾਲ ਮਲਿਕ ਜੀ ਪ੍ਰਧਾਨ ਮੰਤਰੀ ਬਾਰੇ ਏਦਾਂ ਕਰਦੇ ਨੇ, ਤਾਂ ਮੈਨੂੰ ਦੱਸੋ ਕਿ ਬੀਜੇਪੀ ਤੇ RSS ਦਾ ਜਿਹੜਾ ਉਹ ਹਮਲਾਵਰ ਜਿਹੜੇ ਲੋਕ ਨੇ IT ਸੈੱਲ 'ਚ, ਉਹ ਉਸ ਤੇ ਉਹ ਸ਼ਬਦ ਕਿਉਂ ਨਹੀਂ ਬੋਲਦੇ ਜਿਹੜੇ ਰਵੀਸ਼ ਨੂੰ ਬੋਲੇ ਜਾਂਦੇ ਨੇ, ਜਿਹੜੇ ਹੋਰ ਕਿਸੇ ਨੇਤਾ ਨੂੰ ਬੋਲੇ ਜਾਂਦੇ ਨੇ। ਇੱਥੇ ਮੇਰਾ ਇੱਕ ਕੁਐਸਚਨ ਹੈ, ਇਹ ਆਂਕਲਣ ਦਾ ਕੰਮ ਹੈ, ਇਹ ਤੇ ਸੋਚਣਾ ਪਊਗਾ। ਇਹ ਮੈਨੂੰ ਤਾਂ ਦੇਖੋ, ਮੈਂ ਨਹੀਂ ਕਹਿੰਦਾ ਮੇਰੀ ਗੱਲ ਸੱਚੀ ਹੈ, ਪਰ ਕਿਆਸ ਰਾਈਆਂ ਮੈਨੂੰ ਇਹ ਲੱਗ ਰਹੀਆਂ ਨੇ ਕਿਤੇ ਇਸ ਦੇ ਵਿੱਚ ਇਹੀ ਜੀ ਚਾਲ ਤੇ ਨਹੀਂ, ਕਿਉਂਕਿ ਧਾਰਾ 370 ਹਟਾਉਣ ਤੋਂ ਬਾਅਦ ਮੁਸਲਿਮ ਕਮਿਊਨਿਟੀ ਨੇ ਉਹਨੂੰ ਵੱਡੀ ਤਰੀਕੇ ਨਾਲ ਅਪੋਜ਼ ਨਹੀਂ ਕੀਤਾ, ਜਿਹਦੇ ਕਰਕੇ ਹਿੰਦੂ ਇੱਕ ਬੋਲ ਤੇ ਇਕੱਠੇ ਹੋ ਜਾਂਦੇ। ਹਿੰਦੂਤਵਾਦਾ ਦੇ ਕੇ ਨਾਰਾ ਉਹ ਹੋਇਆ ਨਹੀਂ ਕਿਤੇ। ਇਹਦੇ ਵਿੱਚ ਹੁਣ ਇਹੀ ਜੀ ਚਾਲ ਤਾਂ ਨਹੀਂ ਕਿ ਕਿਸੇ ਦਿਨ ਪ੍ਰਧਾਨ ਮੰਤਰੀ ਟੀਵੀ ਤੇ ਆਉਣ ਤੇ ਉਹ ਕਹਿਣ ਵੀ ਹੁਣ ਅਸੀਂ ਧਾਰਾ 370 ਫੇਰ ਬਹਾਲ ਕਰਤੀ ਤੇ ਹਿੰਦੂ ਲੋਕ ਹੁਣ ਸਾਨੂੰ ਵੋਟਾਂ ਪਾਉਣ। ਇਹਦੇ ਵਿੱਚ ਕੋਈ ਨਵੀਂ ਚਾਲ ਇਹੀ ਜੀ ਵੀ ਹੋ ਸਕਦੀ ਹੈ। ਮਤਲਬ ਮੈਂ ਇਹਨੂੰ ਆਹ ਐਂਗਲ ਵੀ ਦੇਖਦਾ ਇਹਦਾ ਕਿ ਕਿਉਂਕਿ ਹੁਣ ਪ੍ਰਧਾਨ ਮੰਤਰੀ ਦਾ ਉਹ ਪਹਿਲਾਂ ਵਾਲਾ ਇਮੇਜ ਜਿਹੜਾ ਵੀ ਹੁਣ ਪਿੱਛੇ ਨਹੀਂ ਹਟਦੇ, ਜਿਹੜਾ ਇੱਥੇ ਪਿੱਛੇ ਹਟੇ ਨੇ, ਜਿਹੜਾ ਕ੍ਰੈਡਿਟ ਕਿਸਾਨਾਂ ਨੇ ਲੈਣਾ ਸੀ ਉਹ ਕਿਸਾਨਾਂ ਨੂੰ ਦੇਣ ਦੀ ਬਜਾਏ ਉਹਨਾਂ ਨੇ ਆਪ ਹੀ ਕ੍ਰੈਡਿਟ ਲਿਆ ਵੀ ਦੇਖੋ ਮੈਂ ਬੜਾ ਦਿਆਨਤਦਾਰ ਹਾਂ, ਮੈਂ ਬੜਾ ਭਲਾ ਬੰਦਾ, ਮੈਂ ਆਪੇ ਸਾਰੇ ਕਾਨੂੰਨ ਵਾਪਸ ਲੈ ਲਏ। ਹੁਣ ਉਹ ਮੁਸਲਿਮ ਕਮਿਊਨਿਟੀ ਨੂੰ ਵੀ ਇਹ ਕਹਿ ਸਕਦੇ ਨੇ ਵੀ ਦੇਖੋ ਪਹਿਲਾਂ ਮੁਸਲਿਮ ਲੇਡੀਜ਼ ਲਈ ਅਸੀਂ 3 ਤਲਾਕ ਖਤਮ ਕੀਤਾ, ਹੁਣ ਅਸੀਂ ਪੂਰੇ J&K ਲਈ ਆ ਲਓ ਜੀ ਅਸੀਂ ਤਾਂ 370 ਧਾਰਾ ਅਸੀਂ ਬੰਦ ਕਰਤੀ। ਦੂਸਰਾ ਮਤਲਬ ਉਹਦੇ ਵਿੱਚ ਮਲਿਕ ਸਾਹਿਬ ਦਾ ਇਹ ਕਹਿਣਾ ਕਿ ਮੈਨੂੰ ਪ੍ਰਧਾਨ ਮੰਤਰੀ ਨੇ ਗੁੱਸੇ 'ਚ ਕਿਹਾ ਕਿ ਜੀ ਤੁਸੀਂ ਅਮਿਤ ਸ਼ਾਹ ਨੂੰ ਮਿਲੋ। ਜਦੋਂ ਮੈਂ ਅਮਿਤ ਸ਼ਾਹ ਨੂੰ ਮਿਲਿਆ ਤਾਂ ਅਮਿਤ ਸ਼ਾਹ ਨੇ ਮੈਨੂੰ ਇਹ ਕਿਹਾ ਕਿ ਕੁਝ ਬੰਦਿਆਂ ਨੇ ਇਹਦੀ ਅਕਲ ਤੇ ਪਰਦਾ ਪਾਇਆ ਹੋਇਆ, ਇੰਨੇ ਸਖਤ ਸ਼ਬਦ ਅਮਿਤ ਸ਼ਾਹ ਵੱਲੋਂ ਬੋਲੇ ਜਾਣੇ। ਇਹਨੂੰ ਮੈਂ 2 ਤਰੀਕਿਆਂ ਨਾਲ ਸਮਝਦਾ। ਜਾਂ ਤਾਂ ਇਹ ਪ੍ਰਧਾਨ ਮੰਤਰੀ ਜੀ ਦੀ ਚਾਲ ਹੋ ਸਕਦੀ ਹੈ ਕਿ ਇਸ ਗੱਲ ਨੂੰ ਹਾਈਲਾਈਟ ਕਰਕੇ ਵਡਾਂਗਾ ਅਮਿਤ ਸ਼ਾਹ ਜੀ ਦਾ ਕਰਨਾ ਹੋਵੇ। ਮਤਲਬ ਇਹ 2 ਤਰੀਕੇ ਹੁੰਦੇ ਨੇ। ਟੌੜਾ ਸਾਹਿਬ ਨੇ ਬਾਦਲ ਸਾਹਿਬ ਨੂੰ ਸਿਰਫ ਇੰਨਾ ਕਿਹਾ ਕਿ ਜੀ ਹੁਣ ਤੁਸੀਂ ਮੁੱਖ ਮੰਤਰੀ ਹੋ, ਤੁਹਾਡੇ ਕੋਲੇ ਕੰਮ ਬਹੁਤ ਹੈ, ਤੁਸੀਂ ਥੋੜਾ ਜਿਹਾ ਕੋਈ ਕਾਰਜਕਾਰੀ ਪ੍ਰਧਾਨ ਲਾ ਲਓ। ਉਹਨਾਂ ਦਾ ਇਸ਼ਾਰਾ ਸ਼ਾਇਦ ਇਹੀ ਸੀ ਕਿ ਜੇ ਤੁਸੀਂ ਨਹੀਂ ਹਟਦੇ ਹੁਣ ਤੁਸੀਂ ਕਾਰਜਕਾਰੀ ਪ੍ਰਧਾਨ ਸੁਖਬੀਰ ਬਾਦਲ ਨੂੰ ਬਣਾ ਲਓ। ਫਿਰ ਇੰਨੀ ਗੱਲ ਤੇ ਟੌੜਾ ਸਾਹਿਬ ਨੂੰ ਬਾਹਰ ਵੀ ਨਾ ਜੀ ਇਹ ਤਾਂ ਪਾਰਟੀ ਵਿਰੋਧੀ ਗਤੀਵਿਧੀ ਹੋ ਗਈ। ਸੋ ਇਸ ਕਰਕੇ ਇਸ ਤੇ ਦੇਖਣਾ ਪਊਗਾ ਆਉਣ ਵਾਲਾ ਸਮਾਂ ਕਿੱਦਾਂ ਦਾ, ਕਿਤੇ ਇਹ ਨਾ ਹੋਵੇ ਕਿ ਮਲਿਕ ਜੀ ਦੀ ਗੱਲ ਤਾਂ ਭੁੱਲੀ ਜਾਵੇ ਤੇ ਗੱਲ ਮੂਹਰੇ ਆ ਜਾਵੇ ਅਮਿਤ ਸ਼ਾਹ ਨੇ ਏਦਾਂ ਕਿਵੇਂ ਕਿਹਾ ਜੀ।
ਮਤਲਬ ਇਹਦਾ ਆ ਵੀ ਇੱਕ ਪੱਖ ਹੈ ਵੀ ਮਤਲਬ ਐਡੀ ਵੱਡੀ ਗੱਲ ਉਹ ਕਿਵੇਂ ਕਹਿ ਸਕਦਾ ਹੈ ਵੀ ਇਹਦੀ ਅਕਲ ਕਿਸੇ ਨੇ ਹੋਰ ਚਰਾਈ ਹੋਈ ਹੈ ਪ੍ਰਧਾਨ ਮੰਤਰੀ ਦੀ। ਇਹਦਾ ਮਤਲਬ ਪ੍ਰਧਾਨ ਮੰਤਰੀ ਜੇ ਇਹਨੂੰ ਦੂਜੀ ਤਰ੍ਹਾਂ ਲਈਏ ਫਿਰ ਇਹਦਾ ਅਰਥ ਤਾਂ ਇਹੀ ਬਣਿਆ ਨਾ, ਪ੍ਰਧਾਨ ਮੰਤਰੀ ਆਪਣੀ ਅਕਲ ਨਾਲ ਨਹੀਂ ਫੈਸਲੇ ਲੈਂਦਾ। ਇਹਦਾ ਅਰਥ ਤਾਂ ਇਹੀ ਬਣਦਾ। ਤੇ ਪ੍ਰਧਾਨ ਮੰਤਰੀ ਨੂੰ ਉਹਦਾ ਹੋਮ ਮਿਨਿਸਟਰ ਜਿਹੜਾ ਇਹ ਕਹੇ ਕਿ ਪ੍ਰਧਾਨ ਮੰਤਰੀ ਜੀ ਆਪਣੀ ਅਕਲ ਨਾਲ ਫੈਸਲੇ ਨਹੀਂ ਲੈਂਦੇ, ਤੇ ਮੈਨੂੰ ਨਹੀਂ ਲੱਗਦਾ ਕਿ ਇਦੋਂ ਵੱਡੀ ਕੋਈ ਹੋਰ ਗਾਲ, ਇਦੋਂ ਵੱਡੀ ਕੋਈ ਚੈਲੰਜ, ਇਦੋਂ ਵੱਡੀ ਕੋਈ ਬੇਇੱਜ਼ਤੀ ਹੋ ਸਕਦੀ ਹੈ ਜੇ ਇਹ ਗੱਲ ਸੱਚ ਹੈ। ਪਰ ਹੁਣ ਦੇਖਣਾ ਪਊਗਾ ਕਿ ਮਲਿਕ ਸਾਹਿਬ ਸੱਚ ਨੇ ਜਾਂ ਅਮਿਤ ਸ਼ਾਹ ਜੀ ਸੱਚ ਨੇ ਜਾਂ ਮੋਦੀ ਜੀ ਸੱਚ ਨੇ, ਜਾਂ ਇਹ ਤਿੰਨੇ ਲੋਕਾਂ ਦੀ ਜਿਹੜੀ ਪੰਜਾਬ 'ਚ ਪਹਿਲਾਂ ਮਾਡਲ ਆਇਆ ਸੀ ਜਦੋਂ ਸੁਖਬੀਰ ਬਾਦਲ, ਮਨਪ੍ਰੀਤ ਬਾਦਲ, ਬਾਦਲ ਸਾਹਿਬ ਤੇ ਹਰਸਿਮਰਤ ਬਾਦਲ ਤੇ ਮਜੀਠੀਆ ਅਤੇ ਕੈਰੋਂ 6 ਸੈਂਟਰ ਪਰਿਵਾਰ ਦੇ ਸੀ। 6 ਸੈਂਟਰਾਂ ਕੋਲ ਕੋਈ ਇਹਨਾਂ ਸੈਂਟਰ ਤੇ ਜਾ ਕੇ ਕੋਈ ਵੀ ਬੰਦਾ ਬਾਦਲ ਸਾਹਿਬ ਖਿਲਾਫ ਬੋਲਦਾ, ਇੱਕ ਦੂਜੇ ਦੇ ਖਿਲਾਫ ਬੋਲਦਾ, ਕਿਹਾ ਇਹ ਜਾਂਦਾ ਹੈ ਕਿ ਫਿਰ ਉਹ ਸਾਰੀ ਸੂਚਨਾ ਇੱਕ ਲੈਵਲ ਤੇ ਇਕੱਠੀ ਹੋ ਜਾਂਦੀ ਤੇ ਫਿਰ ਉਸ ਬੰਦੇ ਦੀ ਛੰਗਾਈ ਕੀਤੀ ਜਾਂਦੀ। ਕਿਤੇ ਇਹ ਇਸ ਤਰ੍ਹਾਂ ਦੀ ਗੱਲ ਨਾ ਹੋਵੇ ਕਿ ਪਾਰਟੀ ਦੇ ਵਿੱਚ, ਕਿਉਂਕਿ ਜੇਕਰ ਵਾਕਈ ਇਹ ਮੋਦੀ ਜੀ ਦੇ ਖਿਲਾਫ ਮਲਿਕ ਸਾਹਿਬ ਨੇ ਗੱਲ ਕਹੀ ਹੈ ਤਾਂ ਜਿਹੜਾ ਬੀਜੇਪੀ ਦਾ, RSS ਦਾ ਜਿਹੜਾ ਉਹ ਮੀਡੀਆ ਦੂਜੇ ਪੱਤਰਕਾਰਾਂ ਤੇ ਜਾਂ ਦੂਜੇ ਵਿਅਕਤੀਆਂ ਤੇ ਜਿਹੜਾ ਕੋਈ ਮਾੜੀ ਜੀ ਗੱਲ ਕਹਿੰਦਾ ਹੈ, ਓਵੈਸੀ ਦੀ ਸੁਣ ਕੇ ਦੇਖੋ ਨਾ, ਚਾਹੇ ਅਸੀਂ ਕਹਿੰਦੇ ਹਾਂ ਕਿ ਓਵੈਸੀ ਉਹਨਾਂ ਨਾਲ ਮਿਲਿਆ, ਪਰ ਪੜ੍ਹ ਕੇ ਦੇਖੋ ਉਹਨੂੰ ਕਿੱਦਾਂ ਦੀਆਂ ਗਾਲਾਂ ਮਿਲਦੀਆਂ ਨੇ। ਮਤਲਬ ਮਲਿਕ ਸਾਹਿਬ ਨੂੰ ਉਹ ਗਾਲਾਂ ਕਿਉਂ ਨਹੀਂ ਮਿਲੀਆਂ ਇਹ ਕਹਿਣ ਤੇ ਮੈਨੂੰ ਇਸ ਗੱਲ ਦੀ ਹਾਲੇ ਸਮਝ ਨਹੀਂ ਆ ਰਹੀ। ਪਿੱਛੋਂ ਪਰ ਸਪੋਰਟ ਹੋ ਸਕਦੀ ਹੈ ਕਿਸੇ ਦੀ, ਫਿਰ ਇਹਦਾ ਮਤਲਬ ਇਹ ਹੋਇਆ ਫਿਰ ਸਾਂਝਾ ਛੜਯੰਤਰ ਹੈ। ਫਿਰ ਇਹਦਾ ਮਤਲਬ ਇਹ ਹੋਇਆ ਵੀ ਇਹ ਚਾਲ ਹੈ। ਇਹ ਚਾਲ 'ਚ ਕਿਹਨੂੰ ਫਸਾ ਕੇ ਵੱਢਣਾ ਇਹ ਬਾਅਦ 'ਚ ਪਤਾ ਲੱਗੂਗਾ। ਇੱਕ ਗੱਲ ਇਹ ਵੀ ਹੈ ਕਿ RSS ਦੀ ਨਿਗਾਹ ਦੇ ਵਿੱਚ ਪ੍ਰਾਈਮ ਮਿਨਿਸਟਰ ਦੀ ਉਹ ਸ਼ਖਸੀਅਤ ਹੁਣ ਨਹੀਂ ਹੈਗੀ। ਯੋਗੀ ਨੂੰ ਅੱਗੇ ਕਰਨਾ ਚਾਹੁੰਦੇ ਨੇ ਕਿ ਸਤਿਆਪਾਲ ਮਲਿਕ ਨੂੰ ਪਿੱਛੋਂ ਸੰਘ ਦਾ ਸਮਰਥਨ ਹੋ ਸਕਦਾ। ਦੇਖੋ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਇਹ ਹਾਲੇ ਮੈਨੂੰ ਬਹੁਤ ਕਲੈਰਿਟੀ ਨਹੀਂ ਹੈ ਇਸ ਇਸ਼ੂ ਤੇ। ਮੈਂ ਕੋਈ ਬਿਨਾਂ ਪੜ੍ਹੇ ਲਿਖੇ ਬਿਆਨ ਦੇਵਾਂ ਮੈਨੂੰ ਨਹੀਂ ਲੱਗਦਾ ਉਹ ਠੀਕ ਹੈ। ਪਰ ਮੈਨੂੰ ਇਸ ਗੱਲ ਤੇ ਜ਼ਰੂਰ ਸ਼ੰਕੇ ਨੇ ਕਿ ਇਹਦੇ ਵਿੱਚ ਮੈਨੂੰ ਦੋ ਗੱਲਾਂ ਸਾਫ਼ ਦਿਸਦੀਆਂ ਨੇ। ਜਾਂ ਤਾਂ ਕਿਸੇ ਕਾਰਨ ਬੀਜੇਪੀ ਜਾਂ RSS ਇਹ ਸਾਰੇ ਸਤਿਆਪਾਲ ਮਲਿਕ ਨੂੰ ਉੱਚਾ ਚੁੱਕਣਾ ਚਾਹੁੰਦੇ ਨੇ ਜੀ, ਜਾਂ ਉਹਨੂੰ ਥੱਲੇ ਸਿੱਟਣਾ ਚਾਹੁੰਦੇ ਨੇ। ਇਹ ਛੜਯੰਤਰ ਬਾਅਦ ਚ ਨੰਗਾ ਹੋਊਗਾ ਵੀ ਹੈ ਕੀ, ਇਹ ਵੀ ਗੱਲ ਹੈ। ਪਰ ਜੇ ਉਹਨੂੰ ਥੱਲੇ ਸਿੱਟਣ ਵਾਲੀ ਗੱਲ ਹੁੰਦੀ ਤਾਂ ਮੈਨੂੰ ਇਹ ਲੱਗਦਾ ਵੀ ਉਸ ਤੇ ਇੱਕਦਮ ਹਮਲਾ ਹੋਣਾ ਸੀ ਹੇਠਾਂ ਤੋਂ ਵਰਕਰਾਂ ਦਾ, ਪੂਰੇ ਮੀਡੀਆ ਰਾਹੀਂ ਵੀ ਇਸ ਨੂੰ ਕਿਉਂ ਰੱਖਿਆ ਪਤਾ ਨਹੀਂ, ਉਹਦੇ ਬਾਰੇ ਬੜੇ ਅਪਸ਼ਬਦ ਬੋਲੇ ਜਾਣ ਤਾਂ ਕਿ ਉਹਦਾ ਜਿਹੜਾ ਇਮੇਜ ਹੈ ਉਹ ਟਾਰਨਿਸ਼ ਕੀਤਾ ਜਾਵੇ, ਉਹਦਾ ਇਮੇਜ ਖਰਾਬ ਕੀਤਾ ਜਾਵੇ ਤੇ ਅੱਗੇ ਤੋਂ ਇਸ ਤਰ੍ਹਾਂ ਦੀ ਗੱਲ ਹੋਵੇ। ਸੋ ਮੈਂ ਇਹਨੂੰ ਬੜਾ ਹੀ ਪਰਸੋਂ ਤੋਂ ਸੋਚ ਰਿਹਾ, ਜਦੋਂ ਤੋਂ ਖਬਰ ਆਈ ਹੈ ਮੈਨੂੰ ਇਹ ਲੱਗਿਆ ਕਿ ਇਹ ਇੰਨੀ ਸਿੱਧੀ ਗੱਲ ਜਾਪਦੀ ਨਹੀਂ ਮੈਨੂੰ। ਕਿਸੇ ਗਵਰਨਰ ਨੂੰ, ਆਪਣੀ ਪਾਰਟੀ ਦਾ ਗਵਰਨਰ ਹੋਵੇ, ਉਹਨੂੰ ਐਦਾਂ ਖੁੱਲ੍ਹ ਦਿੱਤੀ ਹੋਵੇ ਵੀ ਤੂੰ ਪ੍ਰਧਾਨ ਮੰਤਰੀ ਦੇ ਖਿਲਾਫ ਜੋ ਮਰਜ਼ੀ ਬੋਲ, ਅਸੀਂ ਕੋਈ ਐਕਸ਼ਨ ਨਹੀਂ ਲੈਣਾ। ਦੂਜਾ, ਉਸ ਦੀ ਗੱਲ ਤੇ ਪ੍ਰਧਾਨ ਮੰਤਰੀ ਜੀ ਵੱਲੋਂ ਤੇ ਅਮਿਤ ਸ਼ਾਹ ਜੀ ਵੱਲੋਂ ਕੋਈ ਰਿਐਕਸ਼ਨ ਨਾ ਆਉਣਾ। ਅੱਜ 3 ਦਿਨ ਨਿਕਲ ਗਏ, ਪਹਿਲਾਂ ਵੀ ਉਹ ਜੋ ਕੁਛ ਬੋਲੇ ਕਿਸੇ ਪਾਰਟੀ ਦੇ ਸੀਨੀਅਰ ਲੀਡਰ ਦਾ ਉਹਦਾ ਕੋਈ ਰਿਐਕਸ਼ਨ ਨਾ ਆਉਣਾ। ਮੇਰੇ ਖਿਆਲ ਮੁਤਾਬਕ ਇਹਨੂੰ ਇਨ ਬਿਨ ਆਪਾਂ ਐ ਸਮਝ ਕੇ ਅਰਥ ਕੱਢੀਏ, ਮੈਨੂੰ ਔਖਾ ਲੱਗ ਰਿਹਾ ਕਿ ਇਸ ਤਰ੍ਹਾਂ ਇਹਦੇ ਅਰਥ ਨਾ ਕੱਢੇ ਜਾਣ। ਇਹਦੇ ਅਰਥ ਕੋਈ ਹੋਰ ਹੋ ਸਕਦੇ ਨੇ ਮੇਰੇ ਮੁਤਾਬਕ। ਜਿਵੇਂ ਹੁਣ ਅੰਦੋਲਨ ਤਾਂ ਖਤਮ ਹੋ ਗਿਆ, ਫਿਰ ਇਹਨਾਂ ਗੱਲਾਂ ਦਾ ਮਤਲਬ ਕੀ ਬਾਅਦ ਚ? ਮੇਰੇ ਖਿਆਲ ਮੁਤਾਬਕ ਵੀ ਜਾਂ ਫਿਰ ਇਹ ਹੈ ਵੀ ਇਹਦੀ ਭੂਮਿਕਾ ਬਣਾਈ ਜਾ ਰਹੀ ਹੈ 370 ਵੀ ਨਾ ਖਤਮ ਕਰਨੀ ਹੋਵੇ ਨਾ ਗੱਲ ਨੂੰ। ਮਤਲਬ ਹੁਣ ਵੀ ਮੋਦੀ ਜੀ ਦਾ ਇਮੇਜ ਇਹ ਬਣਾ ਦਿਓ ਕਿ ਮੋਦੀ ਜੀ ਆਪਦੇ ਲੈਵਲ ਤੇ ਕੋਈ ਵੀ ਫੈਸਲਾ ਐ ਕਰ ਲੈਂਦੇ ਨੇ, ਤੇ ਜੇ ਉਹ ਕੱਲ ਨੂੰ ਇਹ ਵੀ ਫੈਸਲਾ ਕਰ ਲੈਣ, ਲਓ ਜੀ 370 ਵੀ ਆਪਾਂ ਮਤਲਬ ਪਹਿਲਾਂ ਵਾਂਗੂ ਬਹਾਲ ਕਰਤੀ, ਤੇ ਇਸ ਕਰਕੇ ਮੁਸਲਿਮ ਭਾਈਚਾਰਾ ਜਿਹੜਾ ਸਾਰਾ ਸਾਡੇ ਨਾਲ ਆ ਜੇ। ਜੇ ਹਿੰਦੂ ਭਾਈਚਾਰਾ ਸਾਡੇ ਨਾਲ ਨਹੀਂ ਆਉਂਦਾ ਤਾਂ ਮੁਸਲਿਮ ਭਾਈਚਾਰਾ ਆ ਜਾਵੇ, ਹਿੰਦੂ ਸਾਡੇ ਨਾਲ ਉਨੇ ਕੁ ਤਾਂ ਰਹਿਣਗੇ। ਇਸ ਮੁਤਾਬਕ ਮੈਨੂੰ ਇਹ ਲੱਗਦਾ ਕੋਈ ਇਹ ਰਣਨੀਤੀ ਦਾ ਹਿੱਸਾ ਹੋ ਸਕਦਾ ਹੈ। ਅਦਰਵਾਈਜ਼ ਇਹ ਗੱਲ ਅਜੇ ਸਿੱਧੀ ਹਜਮ ਨਹੀਂ ਹੋ ਰਹੀ ਅੱਜ ਦੀ ਘੜੀ ਕਿ ਇਹ ਸਾਰਾ ਕੁਝ ਐਦਾਂ ਹੈ। ਇਹਦੇ ਵਿੱਚੋਂ ਆਉਣ ਵਾਲਾ ਸਮਾਂ ਦੱਸੇਗਾ ਕਿ ਗੱਲ ਕਿੱਧਰ ਜਾਂਦੀ ਹੈ। ਮੈਂ ਫੇਰ ਬਾਰ-ਬਾਰ ਕਹਿਣਾ, ਮੈਨੂੰ ਜੇ ਤੁਹਾਡੇ ਕੋਲ ਇਸ ਗੱਲ ਦਾ ਕੋਈ ਜਵਾਬ ਹੈ ਮੈਨੂੰ ਦੱਸੋ। ਜਿਸ ਕਿਸਮ ਨਾਲ ਮੋਦੀ ਜੀ ਦੇ ਖਿਲਾਫ ਕੋਈ ਵੀ ਵਿਅਕਤੀ ਕੋਈ ਗੱਲ ਬੋਲ ਦੇਵੇ, ਤੁਸੀਂ ਕੱਲ ਨੂੰ ਇੱਕ ਬਿਆਨ ਦੇ ਜੋ ਉਹ 10 ਲੱਖ ਦਾ ਸੂਟ, 16 ਲੱਖ ਦਾ ਸੂਟ, ਕੋਈ ਇਹੀ ਜੀ ਗੱਲ ਕਹਿ ਕੇ ਦੇਖੋ ਨਾ ਮੀਡੀਆ 'ਚ ਤੁਹਾਨੂੰ ਕਿੰਨੀਆਂ ਗਾਲਾਂ ਮਿਲਦੀਆਂ। ਬਿਲਕੁਲ। ਪਰ ਇਹ ਸਤਿਆਪਾਲ ਮਲਿਕ ਜੀ ਨੂੰ ਗਾਲਾਂ ਕਿਉਂ ਨਹੀਂ ਮਿਲ ਰਹੀਆਂ? ਮੇਰੇ ਇਹ ਗੱਲ ਸਮਝ 'ਚ ਨਹੀਂ ਆ ਰਹੀ। ਅਗਰ ਉਹ ਐਡਾ ਵੱਡਾ ਬਿਆਨ ਦਿੰਦੇ ਨੇ, ਜਾਂ ਫਿਰ ਇਹ ਹੈ ਕਿ ਉਹਨਾਂ ਨੂੰ ਵੱਡਾ ਲੀਡਰ ਬਣਾ ਕੇ ਪੇਸ਼ ਕਰਨਾ ਹੋਵੇ, ਇਹ ਹੋ ਸਕਦਾ ਹੈ।
ਜਾਂ ਅਮਿਤ ਸ਼ਾਹ ਜੀ ਦਾ ਵਡਾਂਗਾ ਕਰਨਾ ਹੋਵੇ, ਉਹਨਾਂ ਦਾ ਕੱਦ ਛੋਟਾ ਕਰਨਾ ਹੋਵੇ, ਇਹ ਹੋ ਸਕਦਾ ਹੈ। ਸੋ ਇਸ ਕਰਕੇ ਜਾਂ ਫਿਰ ਅਮਿਤ ਸ਼ਾਹ ਜੀ ਤੇ ਬੋਲਣ, ਉਹ ਕਹਿਣ ਵੀ ਮੈਂ ਕਿਹਾ ਸੀ ਜਾਂ ਮੈਂ ਨਹੀਂ ਕਿਹਾ, ਜਾਂ ਸੱਤੇਪਾਲ ਝੂਠ ਬੋਲਦਾ ਜਾਂ ਅਮਿਤ ਜੀ ਝੂਠ ਬੋਲਦੇ ਨੇ, ਕੋਈ ਤਾਂ ਗੱਲ ਸਾਹਮਣੇ ਆਵੇ। ਸਫਾਈ ਕੋਈ ਦਿੱਤੀ ਨਹੀਂ ਅਜੇ, ਬਿਲਕੁਲ ਨਹੀਂ ਦਿੱਤੀ। ਤੇ ਮੈਂ ਤਾਂ ਇਹ ਕਹਿਣਾ ਕਿ ਕਿਸੇ ਵੱਡੇ ਲੀਡਰ ਵੱਲੋਂ ਇੰਨਾ ਬਿਆਨ ਵੀ ਨਹੀਂ ਦਿੱਤਾ ਜਾਂਦਾ ਕਿ ਸੱਤਿਆਪਾਲ ਮਲਿਕ ਜੀ ਸੰਵਿਧਾਨਕ ਪਦ ਤੇ ਬੈਠੇ ਹੋਏ ਘੱਟੋ ਘੱਟ ਪਦ ਦੀ ਮਰਿਆਦਾ ਤਾਂ ਰੱਖਣ, ਇਹ ਬਿਆਨ ਵੀ ਨਹੀਂ ਦਿੱਤਾ ਜਾਂਦਾ ਕਿਸੇ ਲੀਡਰ ਵੱਲੋਂ। ਇਸ ਕਰਕੇ ਮੈਨੂੰ ਇਹ ਸਮਝ ਨਹੀਂ ਆ ਰਹੀ, ਮੇਰੇ ਹਜਮ ਨਹੀਂ ਹੋ ਰਹੀ ਇਹ ਗੱਲ ਕਿ ਇਨ ਵਿਨ ਇਹਨੂੰ ਮੰਨ ਲਿਆ ਜਾਵੇ ਕਿ ਠੀਕ ਹੈ। ਇਹ ਮੁਸ਼ਕਲ ਗੱਲ ਹੈ। ਪੜਦੇ ਪਿੱਛੇ ਕੁਝ ਵੀ ਹੋ ਸਕਦਾ, ਪੜਦੇ ਪਿੱਛੇ ਕੁਝ ਹੋ ਜੀ। ਬਿਲਕੁਲ, ਧਾਲੀਵਾਲ ਸਾਹਿਬ ਸ਼ੁਕਰੀਆ ਵਿਚਾਰ ਚਰਚਾ ਕਰਨ ਦੇ ਲਈ, ਧੰਨਵਾਦ ਜੀ। ਦਰਸ਼ਕੋ, ਸਾਡੇ ਨਾਲ ਬਣੇ ਹੋਏ ਸੀ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਨੇ ਦੱਸਿਆ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਕ੍ਰਿਟੀਕਲ ਸਿਨੈਰੀਓ ਬਣਾਇਆ ਜਾ ਰਿਹਾ ਕਿਸਾਨੀ ਅੰਦੋਲਨ ਤੋਂ ਬਾਅਦ ਕਿ ਜੋ ਗਵਰਨਰ ਨੇ ਸੱਤਿਆਪਾਲ ਮਲਿਕ ਨੇ, ਮੇਘਾਲਿਆ ਦੇ ਗਵਰਨਰ, ਉਹਨਾਂ ਵੱਲੋਂ ਜੋ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਆਖਰ ਉਸ ਨੂੰ ਕਿਸ ਸੰਦਰਭ ਦੇ ਵਿੱਚ ਦੇਖੀਏ, ਇਹ ਮਾਮਲਾ ਅੱਗੇ ਵੀ ਵਧੂਗਾ ਕਿਉਂਕਿ ਯੂਪੀ ਦੀਆਂ ਚੋਣਾਂ ਨੇ, ਅੱਗੇ 24 ਦੀਆਂ ਚੋਣਾਂ ਨੇ, ਕਾਫੀ ਕੁਝ ਵਿੱਚ ਨਿਕਲ ਕੇ ਆਊਗਾ। ਜੋ ਸਾਡੇ ਕੋਲ ਜਾਣਕਾਰੀ ਹੋਊਗੀ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਰਾਣਾ ਚੈਨਲ ਪੰਜਾਬੀ। ਧੰਨਵਾਦ।